फरीदा शक्कर खंड निवात गुड़ माखियों माजा दूध सभी वस्तु मिठियां रब न भोजन तुद दिलों मुहब्बत जिन से सचिया जिन मन हूर मुख हूर सी कांडी कचिया रत्ते इश्क खुदाए रंग दीदार के विसरिया जिन नाम ते पुए पारथी रहाऊ आप लिए लड़ लाए दर दर वेस से तिन धन डणिंदी माओ आए सफल सी परवदगार अपार अघम बेअंत तू जिनी पछाता सच चुम्मा पैर मुँह तेरी पनाह खुदाए तू बखसंदगी सीख फरीद खैर दीजे बंदगी तेरी पनाह खुदाई तू बखसंदगी सीख फरीद खैर दीजे बंदगी। जपो जी सतनाम सदा सतनाम। परम सन्मानयोग साहिब दी साजी ते निवाडी आदरणीय सत्कारयोग साध संगत जी, जय गुरुदेव, धन गुरुदेव, जय सतगुरु रविदास जी, धन सतगुरु रविदास जी। वाहिगुरु जी का खालसा वाहिगुरु जी की फतेह। आदरणीय सत्कारयोग साध संगत जी, धन भागी हो संत सहाई दी के भवजल तारण हार सब ते ऊँचे जानिए नानक नाम प्यार। उदासी डेरा संत बाबा टहलदार जी, सलेम टाबरी, लुधियाना विखे सत्संग दीआं घड़ियां सफल कर रही आदरणीय सत्कारयोग साध संगत, धन भागी हो स्वासां रूपी पूंजी नूं कीमती बना रहे हो। सद बलिहारी तिन्हां दी सुणती हर कथा पूरे ते प्रधान निभावै प्रभ मथा। अज दा पावन शब्द साहिब सतगुरु शेख फरीद जी महाराज जी की मुखारबिंद तो उचारण किया गया। धन श्री गुरु ग्रंथ साहिब महाराज जी की राग आसा अंदर अति अंग 488 ती सुभाईमान है। साहिब सतगुरु फरीद जी महाराज जिन्हां दा आगमन जन्म मुल्तान की धरती नगर खेतवाल, पिता जलालदीन सुलेमान जी के गृह विखे माता मरियम के कुख तो 1173 ईस्वी नूं सतगुरां दा आगमन हुंदा है। परिवार बड़ा धार्मिक है, माता धार्मिक ख्यालों की है। धन जननी जिन जाया धन पिता प्रधान। माता पिता की
ਕੀਤੇ ਹੋਏ ਸ਼ੁਭ ਕਰਮ ਤੇ ਅੱਜ ਸਾਹਿਬ ਦੀ ਬਖਸ਼ਿਸ਼ ਸਦਕਾ ਰੱਬੀ ਨੂਰ ਸ਼ੇਖ ਫਰੀਦ ਜੀ ਦੇ ਰੂਪ ਅੰਦਰ ਮਾਤਾ ਮਰੀਮ ਦੀ ਕੁੱਖ ਤੋਂ ਜਨਮ ਧਾਰਦੇ ਨੇ, ਅਵਤਾਰ ਧਾਰਦੇ ਨੇ। ਮਾਤਾ ਬਚਪਨ ਤੋਂ ਪ੍ਰਭੂ ਚਰਨਾਂ ਅੰਦਰ ਆਪਣੇ ਪੁੱਤਰ ਨੂੰ ਜੋੜਦੀ ਇਤਿਹਾਸਕ ਸਾਖੀਆਂ ਨੇ। ਮਾਤਾ ਬਚਪਨ ਤੋਂ ਆਪਣੇ ਪੁੱਤਰ ਦੀ ਸਿਰਹਾਣੇ ਸ਼ੱਕਰ ਰੱਖ ਦਿੰਦੇ ਨੇ। ਜਦੋਂ ਪੁੱਤਰ ਅੰਮ੍ਰਿਤ ਵੇਲੇ ਉੱਠਦਾ ਏ ਤੇ ਮਾਤਾ ਆਖਦੀ, ਪੁੱਤਰ ਪਰਮੇਸ਼ਰ ਪਰਮਾਤਮਾ ਖੁਦਾ ਨੇ, ਜਿਹਦੀ ਯਾਦ ਅੰਦਰ, ਖੁਦਾ ਦੀ ਯਾਦ ਅੰਦਰ ਤੂੰ ਜੁੜਦਾ ਏ, ਨਾਮ ਜਪਦਾ ਏ, ਉਹ ਖੁਦਾ ਤੇਰੇ ਲਈ ਸ਼ੱਕਰ ਦਾ ਪ੍ਰਸਾਦ ਭੇਜਦਾ ਏ। ਇਤਿਹਾਸਕ ਸਾਖੀ ਏ ਕਿ ਇੱਕ ਦਿਨ ਮਾਤਾ ਜੀ ਸ਼ੱਕਰ ਰੱਖਣਾ ਭੁੱਲ ਜਾਂਦੇ ਨੇ ਤੇ ਪਰਮ ਪਿਤਾ ਪਰਮੇਸ਼ਰ ਮਿਹਰਾਂ ਦਾ ਮੀਂਹ ਬਰਸਾ ਦਿੰਦੇ ਨੇ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ। ਸਰਵ ਹੈ ਏਕ ਅਨੇਕਾ ਸੁਆਮੀ, ਸਭ ਘਟ ਭੋਗਵੈ ਸੋਈ। ਇੱਕ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹਰ ਜੀਵ ਦੀ ਘਟ ਘਟ ਦੇ ਅੰਦਰ ਅਧਿਆਤਮਕ ਅਤੇ ਪਦਾਰਥਕ ਆਨੰਦ ਭੋਗਦਾ ਹੈ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਜਿਨ ਜੀਉ ਦੀਆ ਸੋ ਰਿਜਕ ਅੰਬਰਾਵੇ। ਜਿਸ ਪਰਮ ਪਿਤਾ ਪਰਮੇਸ਼ਰ ਨੇ ਜੀਵਨ ਦਿੱਤਾ ਹੈ, ਉਹ ਰਿਜਕ ਵੀ ਦਿੰਦਾ ਹੈ। ਇਸ ਲਈ ਸਾਹਿਬ ਸਤਿਗੁਰੂ ਫਰੀਦ ਜੀ ਦਾ ਨਾਮ ਸ਼ੇਖ ਫਰੀਦ ਸ਼ੱਕਰਗੰਢ ਸੰਸਾਰ 'ਤੇ ਪ੍ਰਸਿੱਧ ਹੋਇਆ ਜੀ। 12 ਸਾਲ ਦੀ ਅੱਜ ਹੁੰਦੀ ਏ, ਇਤਿਹਾਸਕ ਤੱਥ ਮਿਲਦੇ ਨੇ ਕਿ ਸ਼ੇਖ ਫਰੀਦ ਜੀ ਨੇ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਹੋ ਗਿਆ ਹੈ। ਇੱਕ ਦਿਨ ਕੀ ਹੋਇਆ ਹੈ ਕਿ ਸੰਤ ਮੰਡਲੀ ਮੁਲਤਾਨ ਦੀ ਧਰਤੀ 'ਤੇ ਕੀਰਤਨ ਹੁਆ, ਰਹਿਣ ਸਵਾਈ ਕੀਰਤਨ ਹੁੰਦਾ ਹੈ। ਸਾਹਿਬ ਸਤਿਗੁਰੂ ਸ਼ੇਖ ਫਰੀਦ ਜੀ ਵੀ ਉਸ ਸੰਤ ਮੰਡਲੀ ਦੇ ਵਚਨਾਂ ਦੀ ਆਨੰਦ ਮਾਣਦੇ ਨੇ, ਸੰਗਤ ਰੂਪ ਹੋ ਕਰਕੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਜਦੋਂ ਸਤਸੰਗ ਦੀ ਸਮਾਪਤੀ ਹੁੰਦੀ ਹੈ, ਸਿਆਣੇ ਪੁਰਸ਼ ਬਚਨ ਕਰਦੇ ਨੇ, ਮਹਾਂਪੁਰਸ਼ੋ ਤੁਹਾਡੇ ਰਸਨਾ ਤੋਂ ਐਸੇ ਮਿੱਠੇ ਬੋਲ ਹਿਰਦੇ ਨੂੰ ਟੁੰਬਦੇ ਨੇ ਤੇ ਆਪ ਜੀ ਦੀ ਸੰਗਤ ਦੇ ਅੰਦਰ ਆ ਜਿਹੜਾ ਬੱਚਾ ਤੁਹਾਡੇ ਦਰਸ਼ਨ ਕਰ ਰਿਹਾ ਨਾ, ਭਾਵੇਂ ਇਸ ਦਾ ਬਚਪਨ ਹੈ, ਉਮਰ ਕਰੀਬ 12 ਸਾਲ ਹੈ, ਪਰ ਇਸ ਨੂੰ ਕੁਰਾਨ ਸ਼ਰੀਫ ਜ਼ਬਾਨੀ ਯਾਦ ਹੈ। ਇਤਿਹਾਸ ਦੇ ਅੰਦਰ ਸਾਖੀਆਂ ਆਉਂਦੀਆਂ ਨੇ ਕਿ ਉਸ ਰੰਗ ਰਤੀ ਫਕੀਰ ਰੱਬੀ ਰੂਹਾਂ ਜਦੋਂ ਸਤਸੰਗ ਦੀ ਸਮਾਪਤੀ ਹੁੰਦੇ ਨੇ ਤੇ ਕਹਿੰਦੇ ਮਹਾਂਪੁਰਸ਼ਾਂ ਨੇ ਫਰੀਦ ਜੀ ਨੂੰ ਕੋਲ ਬੁਲਾਇਆ ਏ ਅਤੇ ਇੱਕ ਅਨਾਰ ਦਿੰਦੇ ਨੇ ਤੇ ਬਚਨ ਕਰਦੇ ਨੇ, ਫਰੀਦ ਇਹ ਸੰਗਤ ਵਿੱਚ ਪ੍ਰਸਾਦ ਵੰਡਣਾ ਹੈ। ਤੇ ਫਰੀਦ ਜੀ ਉਸ ਅਨਾਰ ਨੂੰ ਜਦੋਂ ਤੋੜਦੇ ਨੇ, ਇੱਕ ਦਾਣਾ ਥੱਲੇ ਡਿੱਗ ਪੈਂਦਾ ਏ। ਫਰੀਦ ਜੀ ਸਾਰੀ ਸੰਗਤ ਨੂੰ ਇੱਕ ਇੱਕ ਦਾਣਾ ਪ੍ਰਸਾਦ ਵੰਡਦੇ ਨੇ। ਸਾਰੀ ਸੰਗਤ ਨੂੰ ਸੁਭਾਵਕ ਸਹਿਜ ਸੁਭਾਅ ਉਹ ਪ੍ਰਸਾਦ ਪੂਰਾ ਵਰਤਦਾ ਹੈ। ਹੁਣ ਜਿੱਥੋਂ ਫਰੀਦ ਜੀ ਨੇ ਪ੍ਰਸਾਦ ਵੰਡਣਾ ਸ਼ੁਰੂ ਕੀਤਾ ਹੈ, ਉੱਥੇ ਇੱਕ ਦਾਣਾ ਡਿੱਗਿਆ ਹੈ, ਪਤਾ ਹੈ। ਫਰੀਦ ਜੀ ਆਉਂਦੇ ਨੇ ਤੇ ਉਸ ਦਾਣੇ ਨੂੰ ਮਿੱਟੀ ਵਿੱਚ ਚੁੱਕਦੇ ਨੇ, ਧੋਂਦੇ ਨੇ ਤੇ ਰਸਨਾ 'ਤੇ ਰੱਖਦੇ ਨੇ। ਐਸਾ ਆਨੰਦ ਰਸ ਉਸ ਅਨਾਰ ਦੇ ਦਾਣੇ ਪ੍ਰਸਾਦ ਵਿੱਚੋਂ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੇ ਚਰਨਾਂ ਵਿੱਚ ਐਸੀ ਲਿਵ ਲੱਗ ਜਾਂਦੀ ਏ ਤੇ ਸੰਤ ਮੰਡਲੀ ਦੇ ਮੁਖੀ ਸਤਪੁਰਸ਼ ਮਹਾਂਪੁਰਸ਼ ਆਖਦੇ ਨੇ, ਫਰੀਦਾ ਕਿੱਥੇ ਖੋ ਗਿਆ ਏ? ਫਰੀਦ ਜੀ ਕਹਿੰਦੇ, ਇੱਕ ਦਾਣੇ ਦਾ ਐਸਾ ਰਸ ਏ, ਜੇ ਸਾਰਾ ਹੀ ਪ੍ਰਸਾਦ ਮੈਨੂੰ ਮਿਲ ਜਾਂਦਾ, ਕਿਹੋ ਜਿਹਾ ਆਨੰਦ ਰਸ ਹੁੰਦਾ। ਤੇ ਉਹ ਫਕੀਰ ਸਾਈਂ ਰੱਬ ਦੀ ਰੱਤੀ ਹੋਈ ਰੂਹ ਆਖਦੇ ਨੇ, ਫਰੀਦਾ ਕਿਸੇ ਕਿਸੇ ਦਾਣੇ ਵਿੱਚ ਰਸ ਹੋਇਆ ਕਰਦਾ ਏ, ਕਿਸੇ ਕਿਸੇ ਜੀਵ ਤੇ ਪ੍ਰਭੂ ਦੀ ਕਿਰਪਾ ਹੋਇਆ ਕਰਦੀ ਏ। ਇਸ ਲਈ ਤੇਰੇ ਵੱਡੇ ਭਾਗ ਨੇ, ਉਹ ਪ੍ਰਸਾਦ, ਉਹ ਦਾਣਾ ਤੈਨੂੰ ਪ੍ਰਾਪਤ ਹੋ ਗਿਆ ਏ। ਇਸ ਲਈ ਜ਼ਿੰਦਗੀ ਦੇ ਅੰਦਰ ਜਦੋਂ ਦਿਨ ਚੜ੍ਹਦਾ ਏ, ਰਾਤ ਵੀ ਆਉਂਦੀ ਏ, ਅੰਮ੍ਰਿਤ ਵੇਲਾ ਪ੍ਰਭਾਤ ਵੀ ਹੁੰਦੀ ਏ। ਪ੍ਰਭੂ ਚਰਨਾਂ ਦੀ ਰਸ ਵਿੱਚ ਰਹਿਣਾ, ਜੁੜ ਕੇ ਰਹਿਣਾ ਇੱਕ ਦਿਨ
ਤੇਰੇ ਜੀਵਨ ਅੰਦਰ ਵੀ ਪ੍ਰਭਾਤ ਆਵੇਗੀ, ਖੇੜਾ ਆਵੇਗਾ। ਉਹ ਫਕੀਰ ਤੇ ਬਚਨ ਕਰਕੇ ਚਲੇ ਜਾਂਦੇ ਨੇ, ਪਰ ਸ਼ੇਖ ਫਰੀਦ ਜੀ ਐਸਾ ਬੈਰਾਗ ਹਿਰਦੇ ਅੰਦਰ ਪ੍ਰਾਪਤ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ 1 ਸਾਲ ਨਹੀਂ, ਅਨੇਕਾਂ ਸਾਲ ਪ੍ਰਭੂ ਦੀ ਬੰਦਗੀ ਵਿੱਚ ਜੁੜਦੇ ਨੇ। ਤੇ ਸਾਧ ਸੰਗਤ ਦੀ ਇੱਕ ਦਿਨ ਮਨ ਦੇ ਵਿੱਚ ਆਉਂਦਾ ਏ, ਹੁਣ ਬੰਦਗੀ ਕੀਤੀ, ਵਾਪਸ ਆ ਰਹੇ ਸਨ, ਦਰਖਤ ਥੱਲੇ ਆਰਾਮ ਕਰਦੇ ਨੇ ਤੇ ਚਿੜੀਆਂ ਨੇ ਰੌਲਾ ਪਾਇਆ ਏ। ਤੇ ਫਰੀਦ ਜੀ ਦੇ ਬਚਨ ਸੁਭਾਵਕ ਹਿਰਦੇ ਵਿੱਚੋਂ ਨਿਕਲ ਜਾਂਦੇ ਨੇ ਕਿ ਬਹੁਤੀ ਰੌਲੀ ਏ, ਪ੍ਰਭੂ ਸਿਮਰਨ ਅੰਦਰ ਪ੍ਰੀਤ ਨਹੀਂ ਲੱਗ ਰਹੀ। ਤੇ ਬਚਨ ਸੁਭਾਵਕ ਕਹਿ ਦਿੱਤਾ, ਮਰ ਜਾਓ ਚਿੜੀਓ। ਜਦੋਂ ਦੇਖਦੇ ਨੇ ਤੇ ਚਿੜੀਆਂ ਮਰ ਜਾਂਦੀਆਂ ਨੇ, ਗਿਰ ਪੈਂਦੀਆਂ ਨੇ। ਮਨ ਵਿੱਚ ਬੈਰਾਗ ਹੋ ਗਿਆ ਤੇ ਉਸ ਵੇਲੇ ਬਚਨ ਕਰਦੇ ਨੇ, ਮਰ ਜੀ ਪਓ ਚਿੜੀਓ। ਤੇ ਸਾਰੀਆਂ ਚਿੜੀਆਂ ਉੱਡ ਜਾਂਦੀਆਂ ਨੇ। ਤੇ ਮਨ ਦੇ ਅੰਦਰ ਥੋੜਾ ਮਾਣ ਆ ਗਿਆ ਏ ਕਿ ਪਰਮੇਸ਼ਰ ਨੇ ਸ਼ਕਤੀ ਦਿੱਤੀ ਏ, ਬਖਸ਼ਿਸ਼ ਦਿੱਤੀ ਏ। ਪਰ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪਣੇ ਪ੍ਰੀਤ ਦੀ ਪ੍ਰੇਮ ਦੀ ਰਾਹ ਤੇ ਲਿਆਉਣ ਲਈ ਆਪ ਮਿਹਰਾਂ ਬਰਸਾ ਦਿੰਦਾ ਏ। ਇਤਿਹਾਸ ਵਿੱਚ ਸਾਖੀ ਆਉਂਦੀ ਕਿ ਫਰੀਦ ਚਲੇ ਆ ਰਹੇ ਨੇ, ਗਰਮੀ ਦਾ ਮੌਸਮ ਏ, ਪਿਆਸ ਲੱਗੀ ਹੋਈ ਏ। ਕੀ ਦੇਖਦੇ ਨੇ, ਇੱਕ ਸੁਹਾਗਣ ਇਸਤਰੀ ਖੂਹ ਤੋਂ ਪਾਣੀ ਭਰਦੀ ਏ ਤੇ ਡੋਲ ਰਹੀ ਏ। ਪਿਆਸ ਬੜੀ ਜ਼ੋਰ ਦੀ ਲੱਗੀ ਹੋਈ ਏ ਤੇ ਆਪ ਫਰੀਦ ਦੀ ਉਸ ਸੁਹਾਗਣ ਨੂੰ ਬੇਨਤੀ ਕਰਦੇ ਨੇ, ਪੁੱਤਰੀ ਮੈਨੂੰ ਬੜੀ ਪਿਆਸ ਲੱਗੀ ਏ, ਪਾਣੀ ਪਿਲਾ। ਪਰ ਉਹ ਸੁਹਾਗਣ, ਉਹ ਧੀ ਪਾਣੀ ਕੱਢਦੀ ਏ ਤੇ ਡੋਲ ਰਹੀ ਏ। ਫਰੀਦ ਜੀ ਦੇਖ ਰਹੇ ਨੇ, ਥੋੜਾ ਗੁੱਸੇ ਵਿੱਚ ਆਖਦੇ ਨੇ, ਪੁੱਤਰੀ ਤੂੰ ਪਾਣੀ ਡੋਲੀ ਜਾ ਰਹੀ ਹੈ, ਮੈਨੂੰ ਪਿਆਸ ਲੱਗੀ, ਮੈਨੂੰ ਪਾਣੀ ਪਿਲਾ। ਤੇ ਸਾਧ ਸੰਗਤ ਦੀ ਘਟ ਘਟ ਕੀ ਅੰਤਰ ਕੀ ਜਾਣ ਤੂੰ। ਤੇ ਪਰਮੇਸ਼ਰ ਦੀ ਮਿਹਰ ਸੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਦਿਆਲ ਹੋ ਕੇ ਕਿਰਪਾ ਕਰੀ, ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ। ਜਿਨ੍ਹਾਂ ਤੇ ਆਪ ਕਿਰਪਾ ਕਰਨੀ ਹੁੰਦੀ ਏ, ਪਰਮੇਸ਼ਰ ਫਿਰ ਆਪ ਮਿਹਰਾਂ ਬਰਸਾਉਂਦਾ ਏ। ਤੇ ਅੱਜ ਉਹ ਬੀਬੀ ਆਖਦੀ ਏ, ਇੱਥੇ ਕਿਉਂ ਇਹ ਗੱਲ ਥੋੜ੍ਹੀ ਏ, ਮਰ ਜਾਓ ਚਿੜੀਓ ਤੇ ਜੀ ਪਾਓ ਚਿੜੀਓ। ਮੇਰੀ ਭੈਣ ਦੀ ਕੁੱਲੀ ਨੂੰ ਅੱਗ ਲੱਗੀ ਹੋਈ, ਮੈਂ ਉਹ ਅੱਗ ਬੁਝਾ ਰਹੀ ਹਾਂ। ਤੇ ਜਦੋਂ ਉਸ ਬੀਬੀ ਨੇ ਬਚਨ ਆਖੇ ਨਾ, ਸਾਰੀ ਪਿਆਸ ਸ਼ਾਂਤ ਹੋ ਗਈ। ਤੇ ਹੁਣ ਤੇ ਦੇਖਦੇ ਨੇ ਫਰੀਦੀ ਕਦੋਂ ਬੀਬੀ ਪਾਣੀ ਤੋਂ ਵਿਹਲੀ ਹੁੰਦੀ ਏ ਤੇ ਉਹਦੇ ਨਾਲ ਬਚਨ ਕਰੀਏ। ਕੁਝ ਸਮੇਂ ਬਾਅਦ ਅੰਤਰਜਾਮਤਾ ਦੇ ਨਾਲ ਬੀਬੀ ਨੇ ਤੱਕਿਆ ਏ, ਆਪਣੀ ਭੈਣ ਦੀ ਕੁੱਲੀ ਨੂੰ ਲੱਗੀ ਅੱਗ ਬੁਝ ਗਈ ਏ। ਤੇ ਆਖਦੀ ਏ, ਆਓ ਰੱਬ ਦੇ ਦਰਵੇਸ਼ ਫਕੀਰੋ ਪਾਣੀ ਪੀਓ। ਤੇ ਫਰੀਦੀ ਆਖਦੇ ਨੇ, ਪੁੱਤਰੀ ਹੁਣ ਪਾਣੀ ਦੀ ਪਿਆਸ ਨਹੀਂ ਰਹੀ, ਹੁਣ ਤੇ ਕਿਰਪਾ ਕਰ, ਇਹ ਬਖਸ਼ਿਸ਼, ਇਹ ਪ੍ਰੀਤਮ ਦਾ ਚਰਨਾਂ ਦਾ ਪਿਆਰ, ਇਹ ਰੱਬੀ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਏ? ਅਸੀਂ ਕਿੱਥੇ 20 ਕੋਹ ਤੇ ਚਿੜੀਆਂ ਦੀ ਘਟਨਾ ਵਾਪਰੀ, ਪਤੀ 20 ਕੋਹ ਤੇ ਤੂੰ ਆਪਣੀ ਭੈਣ ਦੀ ਕੁੱਲੀ ਦੀ ਅੱਗ ਬੁਝਾ ਰਹੀ ਏ। ਇਹ ਬਖਸ਼ਿਸ਼, ਇਹ ਪ੍ਰਾਪਤੀ, ਇਹ ਰੱਬੀ ਰਹਿਮਤ ਕਿੱਥੋਂ ਪ੍ਰਾਪਤ, ਕਿਵੇਂ ਪ੍ਰਾਪਤ ਹੋਈ? ਫਿਰ ਸਾਧ ਸੰਗਤ ਜੀ ਉਸ ਸੁਹਾਗਣ ਨੇ ਆਖਿਆ ਏ, ਇਹ ਤੇ ਮੈਂ ਆਪਣੇ ਪਤੀ ਪਰਮੇਸ਼ਰ ਦੇ ਚਰਨਾਂ ਵਿੱਚੋਂ ਪਤੀ ਨੂੰ ਪਰਮੇਸ਼ਰ ਕਰਕੇ ਉਹਦੀ ਸੇਵਾ ਦੇ ਅੰਦਰ ਆਪਣਾ ਜੀਵਨ ਸਮਰਪਿਤ ਕੀਤਾ ਤੇ ਉਹਦੇ ਚਰਨਾਂ ਵਿੱਚੋਂ ਇਹ ਦਾਤ ਪ੍ਰਾਪਤ ਹੋਈ। ਫਰੀਦ ਜੀ ਉੱਥੋਂ ਚੱਲਦੇ ਨੇ, ਉਹ ਰੱਬੀ ਪਰਮੇਸ਼ਰ ਐਸੀ ਖੇਡ ਵਰਤਾ ਕੇ ਅਲੋਪ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਫਰੀਦ ਜੀ ਐਸਾ ਬੈਰਾਗ ਹੁੰਦਾ ਏ, ਰੱਬੀ ਬੰਦਗੀ ਦੇ ਅੰਦਰ ਐਸੇ ਜੁੜਦੇ ਨੇ। ਇਤਿਹਾਸ ਵਿੱਚ ਸਾਖੀ ਆਉਂਦੀ ਏ ਕਿ ਜੰਗਲ ਦੇ ਅੰਦਰ ਐਸੀ ਅਵਸਥਾ ਆ ਜਾਂਦੀ ਏ, ਜੋ ਬਨ ਜਾਂਦੇ ਨਾ ਡਰਾਂ, ਦੇਸੈ ਪ੍ਰੀਤ ਨਾ ਜਾਏ, ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਐਸੀ ਪ੍ਰੀਤ ਲੱਗੀ, ਬੈਰਾਗ ਹੋ ਗਿਆ ਏ, ਜਵਾਨੀ ਦਾ ਸਮਾਂ ਲੰਘ ਗਿਆ ਏ। ਬੰਦਗੀ ਦੇ ਅੰਦਰ ਐਸੇ ਭੋਜਨ ਪਰਮੇਸ਼ਰ ਦੇ ਜਸ ਦਾ, ਕੀਰਤ ਦਾ, ਸਿਮਰਨ ਦਾ ਬਣਾ ਲਿਆ ਏ। ਤੇ ਸਾਹਿਬ ਆਪ ਲਿਖਦੇ ਨੇ,
तन सुका पिंजर थिया तलियां खुंडै काग अडे सुरब न बोड़ियो देख बंदे के भाग कागा करंग टंडोलिया सगला खाया मास ए दुई नैना मत छू फिर देखण की आस। मास सुक गया ही ਕਾਂ भी भलीके ना ठूंगा मारते ने ते फरीद जी कहते ने भावें सारा पिंजर ये मास नोच नोच खा लो पर ये नैना नूं नहीं छूना क्योंकि मेरे प्यारी प्रीतम नूं देखण दी हिरदे अंदर चाह ही। सतगुरु फरीद जी अपने वचनां विच लिखदे ने कंध कुहाड़ा सिर कड़ा बन के सर लोहार। लोहार सुक्कीਆਂ लकड़ियां कट्टण लई जंगल विच जांदा है। कंध कुहाड़ा मोढे ते कुहाड़ा है सिर ते पानी का घड़ा रखिया होए ते जांदा जांदा कुहाड़ा पुट्ठा पीन लकड़ियां ते मारदा जांदा दिखदा है किहड़ी लकड़ी सुक्की है। पता है इस जंगल अंदर फरीद दी भी बंदगी करते हैं पर जदों फरीद जी की लत्त ते कहंदे पुट्ठा कुहाड़ा वड्डिया ना लत्त खड़क पई क्योंकि सुक चुकी सी ते उस लोहार ने सिर तो घड़ा ला के साइड ते रखिया ते सासी उपर फरीद वाल नहीं देखिया सुक्की लत्तां वाल देखिया फिर लकड़ सुक्की मिल गई। फरीद जी कहंदे जदों खुआड़े नाल मारन लगे ना फरीद जी बोल पे फरीदा कंध कुहाड़ा सिर कड़ा बन के सर लोहार बन के भाव टणका टणका के परखदा जांदा है लोहार लकड़ा नूं ते साध संगत जदों खुआड़ा कीता सिद्धा ना फरीद जी ने देख लिया कहंदे फरीद जी कहंदे मैं बोल पिया ते सासी वो लकड़हारा लोहार कहन लग्या ही नाले रब दी प्रीत ला के बैठा है नाले मौत तो डरदा है। ते सतगुरु फरीद जी कहंदे फिर बचन आख्या कंध कुहाड़ा सिर कड़ा बन के सर लोहार। ए लोहार तेरे मोढे ते कुहाड़ा है सिर ते पानी दा घड़ा है तू ते लभदा फिरदा है सुक्कियां लकड़ियां हाँ लूड़ी सो अपना मैं अपना रब प्रीतम मालक लभदा फिरदा हाँ लूड़ी सो अपना मैं अपना प्रीतम परमेश्वर लूड़दा हाँ लभदा हाँ हाँ लूड़ी सो अपना तू लूड़े अंगियार तू लकड़ी लभदा सुक्की कोले बनाउण लई। मैं बोलिया तां मौत तो मैनूं डर नहीं लगदा डर तां इस गल तो लगदा है कि तू लकड़ी दे कोले बना के बेचने आ ते मेरी लत्त दे कोले बनने कोई नहीं ते ना तैनूं मुल मिलना कोई फायदा होना ते मैनू रब नहीं मिलना आपां दोवां दी गल गब्भे रह जानी विचकार रह जानी। इसलिए हाँ लूड़ी सो अपना तू लूड़े अगियार। इसलिए कहंदे डर नहीं लगदा मौत तो डर नहीं लगदा जोबन जांदे ना डरां डेसा प्रीत ना डाए किती जोबन प्रीत बिन सुक गए कुमलाए। कहंदे रब दी प्रीत अंदर आ हाल हो गया है अजे सो रब ना बौड़ियो देख बंदे दे भाग ये हुण तेरे सामने आ ते सारी इतिहास साखी है। कहंदे फिर परमेश्वर ने मेहर की ज्ञान हिरदे विचों प्रगट हो गया जिन्होंने पा सकते हैं परमात्मा घट घट विच बैठा है। फरीदा जंगल जंगल क्या पवैं बन कंडा मूड़ वसी रब हालिए हर क्या ढूंढ। अंदरों आवाज आई किथे लभदा रब दा तेरे अंदर ही आ ते साध संगत दी ऐसी आवाज आई ते साध संगत जी कहंदे सतगुरु फरीद जी नूं अंदरों ज्ञान पैदा हो गया कि गुरु दी शरण लैनी चाहिदी है। गुर बिन घोर अंधार गुरु बिन समझ न आवे जे तो पिरियां दी सिख हियाओ न ठाहे कहिंदा मालक सब मानक सब अमूल गै मानक सब अमूल वै सबना मन मानक ठाण मूल मचांगवा। सबना दे हिरदे अंदर परम पिता परमेश्वर वसदा है जी रब नूं परमेश्वर नूं पाउणा है ते किसी दा दिल ना दिखाए। ते साध संगत दी सतगुरु फरीद जी इतिहास कहंदा है कि साध संगत दी दिल्ली की धरती जिन्होंने अज असीं निजामुद्दीन औलिया का दरबार कहते उस धरती ते मुरशद
ਬਖਤਿਆਰ ਕਾਕੀ ਜੀ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਤੇ ਸਾਧ ਸੰਗਤ ਦੀ ਐਸੀ ਸਤਿਗੁਰ ਦੀ ਸੇਵਾ ਕਮਾਉਂਦੇ ਨੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਸਮਾਂ ਆ ਗਿਆ ਅੱਜ ਸਾਧ ਸੰਗਤ ਦੀ। ਬੀਤੇ ਸਮੇਂ ਦੇ ਅੰਦਰ ਅਸੀਂ ਦੇਖਦੇ ਸਾਂ ਕਿ ਜਦੋਂ ਅੱਗ ਬਲਣੀ ਸੀ, ਰਾਤ ਨੂੰ ਪਾਥੀ ਲਗਾ ਦੇਣੀ, ਸੁਬਾਹ ਉਹ ਅੱਗ ਦਾ ਗਿਆਰੀ ਕੱਢ ਕੇ ਅੱਗ ਤੋਂ ਖਾ ਲਈ ਜਾਂਦੀ ਸੀ। ਫਰੀਦ ਜੀ ਆਪਣੇ ਮੁਰਸ਼ਦ ਦਾ, ਗੁਰੂ ਦਾ ਇਸ਼ਨਾਨ ਕਰਾਉਂਦੇ ਨੇ ਅੰਮ੍ਰਿਤ ਵੇਲੇ। ਅੱਜ ਘਟਨਾ ਵਾਪਰ ਗਈ, ਪਰਮੇਸ਼ਰ ਦੀ ਰਹਿਮਤ ਹੋਈ ਕਿ ਬਰਖਾ ਜ਼ਿਆਦੀ ਹੋਈ, ਮੀਂਹ ਜ਼ਿਆਦੇ ਹੋ ਗਿਆ। ਸਾਹਿਬ ਦਾ ਮੱਗ ਦਾ ਧੂਣਾ ਜਿਹੜਾ ਏ ਉਹ ਸ਼ਾਂਤ ਹੋ ਗਿਆ। ਪਤਾ ਹੈ ਫਰੀਦ ਜੀ ਨੂੰ ਸਤਿਗੁਰ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਏ ਤੇ ਇਤਿਹਾਸ ਸਾਖੀ ਏ। ਜਦੋਂ ਦੇਖਦੇ ਨੇ ਮੀਂਹ ਪੈਂਦਾ ਏ ਤੇ ਸਾਧ ਸੰਗਤ ਦੀ ਪਤਾ ਹੈ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਇਸ਼ਨਾਨ ਵੀ ਕਰਾਉਣਾ ਏ। ਬਾਹਰ ਨਿਕਲ ਕੇ ਦੇਖਦੇ ਨੇ ਕਿਤੇ ਵੀ ਰੌਸ਼ਨੀ ਨਜ਼ਰ ਨਹੀਂ ਆ ਰਹੀ। ਕੰਬਲ ਦੀ ਬੁੱਕਲ ਮਾਰਦੇ ਨੇ ਤੇ ਸਤਿਗੁਰੂ ਫਰੀਦ ਜੀ ਆਪ ਲਿਖਦੇ ਨੇ, ਕਹਿੰਦੇ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ। ਦੂਰ ਨਜ਼ਰ ਗਈ ਤੇ ਇੱਕ ਘਰ ਤੋਂ ਰੋਸ਼ਨੀ ਨਜ਼ਰ ਪਈ। ਘਰ ਦੂਰ ਆ ਤੇ ਮੀਂਹ ਵੀ ਜ਼ਿਆਦੇ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ। ਪਿਆਰੇ ਪ੍ਰੀਤਮ ਸਤਿਗੁਰਾਂ ਨਾਲ ਪ੍ਰੇਮ ਹੈ, ਇਸ਼ਨਾਨ ਕਰਾਉਣਾ ਹੈ। ਗਲੀਆਂ ਚਿੱਕੜ ਨੇ, ਗਲੀਏ ਚਿੱਕੜ ਦੂਰ ਕਰਨ ਨਾਲ ਪਿਆਰੇ ਨੇ। ਚੱਲੇ ਤਾਂ ਭੇਜਾਂ ਕੰਬਲੀ ਰਾਹ ਤਾਂ ਟੁੱਟਾ ਨੇ। ਕਹਿੰਦੇ ਹੁਣ ਚੱਲਦਾ ਤਾਂ ਚਿੱਕੜ ਨਾਲ ਭਰ ਜਾਣਾ, ਜੇ ਰਹਿੰਦਾ ਤਾਂ ਸਤਿਗੁਰ ਦੀ ਪ੍ਰੀਤ ਟੁੱਟ ਜਾਣੀ ਆ, ਪ੍ਰੇਮ ਦੇ ਵਿੱਚ ਭੰਗਣਾ ਪੈ ਜਾਣਾ ਏ। ਸਤਿਗੁਰਾਂ ਦਾ ਇਸ਼ਨਾਨ ਨਹੀਂ ਕਰਾਉਣਾ, ਇਹ ਨਿਤਨੇਮ ਟੁੱਟ ਜਾਣਾ ਹੈ। ਤੇ ਹਿਰਦੇ ਤੋਂ ਆਵਾਜ਼ ਆਈ, ਭੇਜੋ ਛਿਜੋ ਕੰਬਲੀ ਅੱਲਾ ਵਰਸੋਂ ਮੇ। ਜਾਏ ਮਿਲਾਂ ਤੈਨਾਂ ਸੱਜਣਾ ਟੁੱਟੋ ਨਾਹੀ ਨਹੀਂ। ਆਪਣੇ ਸੱਜਣ ਪ੍ਰੀਤਮ ਦਾ ਮਿਲਾਪ ਹੋ ਗਿਆ। ਕਹਿੰਦੇ ਇਹ ਦੁਨੀਆ ਦੀ ਕਾਹਦੀ ਗੱਲ ਆ। ਇਤਿਹਾਸ ਕਹਿੰਦਾ ਏ ਜਦੋਂ ਜਾਂਦੇ ਨੇ ਕੀ ਦਿਖਦੇ ਨੇ, ਉਹ ਜਿਹੜੀ ਝੁੱਗੀ ਏ, ਉਹ ਜਿਹੜਾ ਘਰ ਏ ਉਹ ਇੱਕ ਬੇਸਵਾ ਦਾ ਏ। ਚੌਥੀ ਪਹਿਰ ਸੁਬਾਹ ਕੀ ਅੱਧੀ ਰਾਤ ਜਦੋਂ ਪੁੱਜਦੇ ਨੇ ਆਪੋ ਆਪਣੀ ਸੋਚ। ਉਹ ਬੀਬੀ ਜਦੋਂ ਤੱਕਿਆ ਕਾਲੇ ਚੋਲੇ ਦੇ ਅੰਦਰ ਫਰੀਦ ਤੇ ਸਾਸੂ ਸਤਿਗੁਰ ਦੇ ਚਰਨਾਂ ਦੀ ਸੰਗਤ ਕੀਤਿਆਂ ਤੇ ਸਰੀਰ ਵੀ ਸਡੋਲ ਹੋ ਗਿਆ ਏ। ਤੇ ਸਾਧ ਸੰਗਤ ਦੀ ਫਰੀਦ ਜੀ ਆਖਦੇ ਨੇ, ਪੁੱਤਰੀ ਮੈਂ ਅੱਗ ਲੈਣ ਆਇਆ ਹਾਂ, ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾਉਣਾ। ਬਰਖਾ ਬਹੁਤੀ ਹੋਈ ਏ, ਧੂਣਾ ਸ਼ਾਂਤ ਹੋ ਗਿਆ ਏ, ਠੰਡਾ ਹੋ ਗਿਆ ਏ। ਉਹ ਬੀਬੀ ਨੇ ਸੋਚਿਆ ਪਰਖ ਤੇ ਲਵਾਂ ਕਿ ਅੱਗ ਲੈਣਾ ਆਇਆ ਜੀ। ਕਹਿੰਦੇ ਅੱਗ ਤਾਂ ਦੇ ਦਿਆਂਗੇ, ਪਰ ਫਰੀਦ ਜੀ ਤੁਹਾਨੂੰ ਉਹਦੇ ਲਈ ਕੀਮਤ ਮਹਿੰਗੀ ਚੁਕਾਉਣੀ ਪਵੇਗੀ। ਕਿਤਨੀ ਕੁ ਮਹਿੰਗੀ ਏ? ਆਖਿਆ ਆਪਣੀ ਇੱਕ ਅੱਖ ਦਾ ਭੇਟਾ ਦੇਣੀ ਪਵੇਗੀ। ਤੇ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਏ ਉਸ ਬੀਬੀ ਨੇ ਦਿੱਤਾ ਚਾਕੂ ਤਿੱਖਾ ਕਰਕੇ। ਫਰੀਦ ਨੇ ਕੱਢੀ ਅੱਖ ਤੇ ਹੱਥੇ ਰੱਖ ਦਿੱਤੇ ਤੇ ਪੁਆਈ ਡੋਲਣੀ ਵਿੱਚ ਅੱਗ ਟਿੰਡ ਦੇ ਵਿੱਚ। ਤੇ ਸਾਧ ਸੰਗਤ ਜੀ ਲੈ ਕੇ ਆ ਗਏ। ਆ ਕੇ ਧੂਣਾ ਮਚਾਇਆ, ਪਾਣੀ ਗਰਮ ਕੀਤਾ, ਆਪਣੇ ਮੁਰਸ਼ਦ ਦਾ ਕਰਾਇਆ ਇਸ਼ਨਾਨ। ਤੇ ਸਾਧ ਸੰਗਤ ਜੀ ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਗੁਰੂ ਮੁਖ ਦੇ ਗਰੂ ਸੁਖ ਪਾਇਓ, ਹੁੱਤੀ ਜੂ ਪਿਆਸ ਪਿਊਸ ਪਿਬੰਨ ਕੇ। ਬਾਂਛਤ ਸਿੱਧ ਕੂ ਬਿੱਧ ਮਲਾਇਓ, ਪੂਰਨ ਭਉਮਨ ਠੌਰ ਵਸੀ ਰਸ ਬਾਸਨ ਸਿੰਜੂ ਦੈਂਦ ਸਤਾਇਓ। ਗੋਇੰਦਵਾਲ ਗੋਬਿੰਦਪੁਰੀ ਸਮਝਲਨ ਤੀਰ ਵਿਪਾਸ ਬਣਾਇਓ। ਗੁਰੂ ਦੇ ਦਰਸ਼ਨ, ਗੁਰੂ ਦੀ ਸੇਵਾ ਵੱਡਾ ਫਲ, ਵੱਡਾ ਆਨੰਦ, ਵੱਡੀ ਖੁਸ਼ੀ ਦਿੰਦੀ ਹੈ। ਤੇ ਜਦੋਂ ਸਤਿਗੁਰਾਂ ਨੇ ਕੀਤਾ ਇਸ਼ਨਾਨ, ਕਹਿੰਦੇ ਫਰੀਦ ਅੱਖ ਤੇ ਪੱਟੀ ਬੰਨੀ ਆ। ਤੇ ਸਾਧ ਸੰਗਤ ਜੀ ਫਰੀਦ ਜੀ ਕਹਿੰਦੇ ਸਤਿਗੁਰੂ ਜੀ ਅੱਖ ਆਈ ਹੋਈ ਆ। ਫਿਰ ਮੁਰਸ਼ਦ ਆਖਦਾ ਏ, ਫਰੀਦਾ ਫਿਰ ਪੱਟੀ ਖੋਲ ਦੇ, ਅੱਖ ਆਈ ਹੋਈ ਆ। ਤੇ ਸਾਧ ਸੰਗਤ ਜਦੋਂ ਤੀਸਰਾ ਬਚਨ ਹੈਗਾ, ਕਹਿੰਦੇ ਫਰੀਦਾ ਪੱਟੀ ਖੋਲ ਦੇ, ਅੱਖ ਆਈ ਹੋਈ ਏ। ਇਤਿਹਾਸ ਸਾਖੀ ਹੈ, ਕਹਿੰਦੇ ਜਦੋਂ ਪੱਟੀ ਖੋਲੀ ਤੇ ਅੱਖ ਆਈ ਹੋਈ ਸੀ। ਕਹਿੰਦੇ ਫਰੀਦਾ ਜਦੋਂ ਤੂੰ ਅੱਗ ਲੈਣ ਗਿਆ ਸੀ ਉਦੋਂ ਵੀ ਮੈਂ ਤੇਰੇ ਨਾਲ ਸੀ। ਜਦੋਂ ਤੂੰ ਅੱਖ ਦਾ ਡੇਲਾ ਕੱਢ ਕੇ ਦਿੱਤਾ ਉਦੋਂ ਵੀ ਮੈਂ ਤੇਰੇ ਨਾਲ ਸੀ। ਤੂੰ ਤੇ ਡੇਲਾ ਕੱਢ ਕੇ ਦੇ ਦਿੱਤਾ ਸੀ, ਉਹਨੇ ਤੇ ਮਾਰਿਆ ਸੀ ਭਗਾ ਕੇ। ਉਹਨੇ ਕੀ ਕਰਨਾ ਸੀ ਮੈਨੂੰ ਪਤਾ, ਫਰੀਦ ਦੀ ਮੇਰੇ ਪੁੱਤਰ ਦੀ ਅੱਖ ਏ, ਮੈਂ ਲਾਉਣੀ ਹੈ, ਮੈਂ ਚੱਕ ਲਿਆ ਸੀ। ਇਸ ਲਈ ਅੱਜ ਤੱਕ ਸਾਧ ਸੰਗਤ ਜੀ ਸਤਿਗੁਰਾਂ ਦੀ ਨਿਸ਼ਾਨੀ ਏ ਉਸ ਪਾਵਨ ਸਥਾਨ ਤੇ
ਜਿਨ੍ਹਾਂ ਨੂੰ ਵੀ ਉਸ ਸਥਾਨ ਦੀ ਗੁਰਗੱਦੀ ਦੀ ਸੇਵਾ ਮਿਲਦੀ, ਉਹਨਾਂ ਦੀ ਇੱਕ ਅੱਖ ਛੋਟੀ ਹੋਇਆ ਕਰਦੀ। ਤੇ ਸਤਿਗੁਰਾਂ ਨੇ ਦਿੱਤਾ ਆਸ਼ੀਰਵਾਦ, ਸਮਰੱਥ ਗੁਰੂ ਸਿਰ ਹੱਥ ਧਰਿਆ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਅੱਜ ਤਿੰਨਾਂ ਲੋਕਾਂ ਦਾ ਗਿਆਨ ਬਖਸ਼ ਦਿੱਤਾ ਸਤਿਗੁਰਾਂ ਨੇ, ਮਿਹਰ ਕਰ ਦਿੱਤੀ। ਤੇ ਸਾਸੀ ਸਤਿਗੁਰ ਦੇ ਪਿਆਰ ਦੇ ਅੰਦਰ, ਹਿਰਦੇ ਅੰਦਰ ਸਤਿਗੁਰ ਦੀ ਮਿਹਰ, ਅੱਜ ਪਰਮੇਸ਼ਰ ਬੋਲਦਾ ਏ, ਗੁਰੂ ਬੋਲਦਾ ਏ। ਤੇ ਸੇਖ ਫਰੀਦ ਜੀ ਜਿਨ੍ਹਾਂ ਦੇ ਹਿਰਦੇ ਤੋਂ ਐਸੀ ਬਾਣੀ ਪ੍ਰਗਟ ਹੋਈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਰਾਗ ਆਸਾ ਦੇ ਅੰਦਰ ਉਹ ਬਚਨ ਅੰਕਿਤ ਕੀਤੇ ਨੇ। ਆਸਾ ਸੇਖ ਫਰੀਦ ਜੀ ਕੀ ਬਾਣੀ, ਸਾਧ ਸੰਗਤ ਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਰਹਿਮਤਾਂ ਦਾਤਾ ਦਾ ਇੱਕ ਹੈ, ਸਦੀਵੀ ਹੈ, ਸੱਚਾ ਹੈ, ਅਦੁੱਤੀ ਹੈ, ਮਿਹਰਬਾਨ ਹੈ, ਬਖਸ਼ਣਹਾਰ ਹੈ, ਪਾਲਣਹਾਰ ਹੈ। ਸਤਿਗੁਰ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ। ਤੇ ਹਿਰਦੇ ਤੋਂ ਰੱਬ ਜਦੋਂ ਬੋਲਿਆ ਏ ਗੁਰੂ ਦੇ ਰੂਪ ਅੰਦਰ, ਸਾਹਿਬ ਸਤਿਗੁਰੂ ਸੇਖ ਫਰੀਦ ਜੀ ਦੇ ਬਚਨ ਹਨ, ਦਿਲੋਂ ਮੁਹੱਬਤ ਜਿਨ੍ਹਾਂ ਸਈ ਸੱਚਿਆ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਦਿਲੋਂ ਪ੍ਰੀਤ ਹੁੰਦੀ ਏ ਸਤਿਗੁਰ ਦੇ ਨਾਲ, ਦਿਲੋਂ ਪ੍ਰੇਮ ਬਣਦਾ ਏ, ਉਹੀ ਗੁਰਮੁਖ ਸੱਚੇ ਨੇ। ਉਹ ਇਹਨਾਂ ਗੁਰਮੁਖਾਂ ਨੂੰ ਹੀ ਸੱਚਾ ਪਰਮ ਪਿਤਾ ਪਰਮੇਸ਼ਰ ਗੁਰੂ ਦੇ ਰੂਪ ਅੰਦਰ ਪ੍ਰਾਪਤ ਹੁੰਦਾ ਏ। ਉਹਨਾਂ ਨੂੰ ਹੀ ਪਰਮੇਸ਼ਰ ਦਾ ਦੀਦਾਰ ਪ੍ਰਾਪਤ ਹੋਇਆ, ਉਹਨਾਂ ਨੂੰ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਦਿਲੋਂ ਮੁਹੱਬਤ ਜਿਨ੍ਹਾਂ ਗੁਰਮੁਖਾਂ ਦੇ ਦਿਲ ਵਿੱਚ ਸੱਚੀ ਪ੍ਰੀਤ ਹੈ, ਸੱਚਾ ਪ੍ਰੇਮ ਹੈ, ਸਹੀ ਸੱਚਿਆ, ਉਹੀ ਗੁਰਮੁਖ ਸੱਚੇ ਆਖੇ ਜਾਂਦੇ ਨੇ। ਉਹਨਾਂ ਨੂੰ ਦੁਨੀਆ ਸੱਚ ਕਹਿੰਦੀ ਏ, ਸੱਚੇ ਕਹਿੰਦੀ ਏ, ਸੱਚੇ ਸਾਧੂ ਕਹਿੰਦੀ ਏ, ਸੱਚੇ ਸਤਿਗੁਰ ਕਹਿੰਦੀ ਏ, ਸਤਿਪੁਰਖ ਕਹਿੰਦੀ ਏ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋ ਰਿਹਾ ਤੇ ਮੁਖ ਵਿੱਚ ਕੁਝ ਹੋ ਰਿਹਾ, ਕਹਿਣੀ ਕੁਝ ਹੋ ਰਿਹਾ ਤੇ ਕਰਨੀ ਕੁਝ ਹੋ ਰਿਹਾ। ਧੰਨ ਗੁਰੂ ਦਾਸ ਮਹਾਰਾਜ ਬਚਨੇ, ਕਈਅਤ ਆਨ ਅਚਰੀਅਤ ਅਨ ਕੁਛ, ਕਈਅਤ ਆਨ ਅਚਰੀਅਤ ਅਨ, ਕਹਿੰਦੇ ਕੁਝ ਹੋ ਰਿਹਾ ਤੇ ਕਰਦੇ ਕੁਝ ਹੋ ਰਿਹਾ, ਸੋਚਣੀ ਕੁਝ ਹੋ ਰਿਹਾ, ਬੋਲਣੀ ਕੁਝ ਹੋ ਰਿਹਾ। ਉਹਨਾਂ ਨੂੰ ਤੇ ਪਾਤਸ਼ਾਹ ਕਹਿੰਦੇ ਨੇ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਾਂ ਬਿਲੋ ਵਸ ਪਾਣੀ। ਕਾਇਆ ਮਾਨਸ ਕੌਣ ਗੁਨਾਹ, ਜੋ ਘਟ ਪੀਤਰ ਹੈ ਮਲਨਾ ਲੋਕੀ 8-60 ਤੀਰਥ ਨਹਾਏ। ਕੌੜਾਪਨ ਤਉ ਨਾ ਡਾਈ। ਤੁੰਬੇ ਨੂੰ ਜਿੰਨਾ ਮਰਜੀ ਤੀਰਥਾਂ ਤੇ ਇਸ਼ਨਾਨ ਕਰਾ ਲਓ, ਕੌੜਾਪਨ ਨਹੀਂ। ਇਸੇ ਤਰ੍ਹਾਂ ਇਹਨਾਂ ਦੇ ਹਿਰਦੇ ਅੰਦਰ ਕਾਪਟ ਆ। ਪਾਤਸ਼ਾਹ ਕਹਿੰਦੇ ਨੇ, ਮੁਖ ਤੋਂ ਬ੍ਰਹਮ ਦੀਆਂ ਗੱਲਾਂ, ਰੱਬ ਦੀਆਂ ਬਾਤਾਂ। ਪਾਤਸ਼ਾਹ ਕਹਿੰਦੇ, ਝੂਠੇ ਕਹਾਂ ਬਲੋਬਸ ਪਾਣੀ। ਅੰਦਰੋਂ ਪਾਣੀ ਨੂੰ ਜਿੰਨਾ ਮਰਜ਼ੀ ਰਿੜਕੂ, ਉਹਦੇ ਵਿੱਚੋਂ ਕਿਤੇ ਮੱਖਣ ਥੋੜ੍ਹਾ ਨਿਕਲ ਆਉਣਾ। ਤੁੰਮੇ ਨੂੰ ਜਿੰਨਾ ਮਰਜ਼ੀ ਗੰਗਾ ਇਸ਼ਨਾਨ ਕਰਾ ਲਓ, ਤੀਰਥਾਂ 'ਚ ਇਸ਼ਨਾਨ ਕਰਾ ਲਓ, ਉਹਨੇ ਕਿਤੇ ਮਿੱਠਾ ਥੋੜ੍ਹਾ ਹੋ ਜਾਣਾ। ਜੋ ਘੱਟ ਹੀ ਭੀਤਰ ਹੈ, ਜਿੰਨਾ ਚਿਰ ਅੰਦਰ ਮੈਲ ਆ, ਉਨਾ ਚਿਰ ਬਾਹਰੋਂ ਤੇ ਰੱਬ ਦੇਖਦਾ ਏ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਅਤ ਸੁੰਦਰ ਕੋਲੀਨ ਚਿਤਰ ਮੁਖ ਗਿਆਨੀ ਤਨਵੰਤ। ਮਿਰਤ ਕਈਆ ਨਾਨਕ ਕਾਢੇ ਪ੍ਰੀਤ ਨਹੀਂ ਭਗਵੰਤ। ਅਤ ਦਾ ਸੁੰਦਰ ਹੋਵੇ, ਉੱਚੀ ਕੁੱਲ ਦਾ ਜਨਮ ਹੋਵੇ। ਅਤ ਸੁੰਦਰ ਕੋਲੀਨ ਚਤੁਰ, ਸਿਆਣਾ ਵੀ ਬੜਾ ਹੋਵੇ, ਬ੍ਰਹਮ ਗਿਆਨ ਦੀਆਂ ਗੱਲਾਂ ਵੀ ਬੜੀਆਂ ਜਾਣਦਾ ਹੋਵੇ। ਅਤ ਸੁੰਦਰ ਕੋਲੀਨ ਚਤੁਰ ਮੁਖ ਗਿਆਨੀ ਤਨਵੰਤ। ਮਾਇਆ ਧਾਰੀ ਵੀ ਵੱਡਾ ਹੋਵੇ, ਤਨਵੰਤ ਵੀ ਵੱਡਾ ਹੋਵੇ। ਤੇ ਪਾਤਸ਼ਾਹ ਕਹਿੰਦੇ ਨੇ, ਮਿਰਤ ਕਈਏ ਨਾਨਕਾ, ਉਹ ਤੇ ਜਿਉਂਦਾ ਮੁਰਦਾ। ਦੇ ਪ੍ਰੀਤ ਨਹੀਂ ਭਗਵੰਤ, ਜੇ ਅੰਦਰੋਂ ਭਗਵੰਤ ਪਰਮੇਸ਼ਰ ਨਾਲ ਪ੍ਰੀਤ ਨਹੀਂ। ਇਸ ਲਈ ਸਾਹਿਬ ਸਤਿਗੁਰੂ ਸੇਖ ਫਰੀਦ ਜੀ ਬਚਨ ਕਰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਹੋ ਰਿਹਾ ਤੇ ਮੁਖ ਵਿੱਚ ਕੁਝ ਹੋਰ ਗੱਲ ਆ, ਉਹ ਕਹਿੰਦੇ ਕੱਚੇ ਆਖੇ ਜਾਂਦੇ ਨੇ, ਉਹ ਕੱਚੇ ਨੇ। ਇਸ ਲਈ ਪਾਤਸ਼ਾਹ ਕਹਿੰਦੇ, ਕੱਚੜਿਆਂ ਸਿਓ ਤੋੜ ਢੂੰਡ ਸੰਤ ਸੱਜਣ ਪੱਕਿਆਂ। ਓਏ ਜਵੰਦੇ ਵਿਛੜੇ, ਓਏ ਮੋਇਆ ਨਾ ਡਾਈ ਛੋੜ। ਇਸ ਲਈ ਸੱਚੇ ਸਤਿਗੁਰੂ ਸਾਧੂਆਂ ਦੀ ਸੰਗਤ ਕਰਿਆ ਕਰ। ਉਹ ਤੇ ਮਰਦਿਆਂ ਤੇ ਵੀ ਸਰੀਰਕ ਤੌਰ ਤੇ ਬੰਦਾ ਚੱਲੇ ਜਾਂਦਾ, ਫਿਰ ਵੀ ਪ੍ਰੀਤ ਨਿਭਾਉਂਦੇ ਨੇ। ਇਸ ਲਈ ਸਾਹਿਬ ਬਚਨ ਕਰਦੇ ਨੇ, ਦਿਲੋਂ ਮੁਹੱਬਤ ਜਿਨ ਸਈ ਸੱਚਿਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ। ਜਿਹੜੇ ਪਰਮੇਸ਼ਰ ਤੇਰੇ ਪ੍ਰੇਮ ਨਾਮ ਵਿੱਚ ਰੰਗੇ ਗਏ ਨੇ। ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ। ਪਰਮੇਸ਼ਰ ਉਹਨਾਂ ਨੂੰ ਤੇਰੇ ਨਾਮ ਦਾ ਰੰਗ ਚੜਿਆ ਏ
ਤੇ ਤੂੰ ਆਪਣਾ ਸਰੂਪ ਉਹਨਾਂ ਨੂੰ ਬਖਸ਼ ਦਿੱਤਾ ਏ। ਤੇ ਜਦੋਂ ਬੋਲਦੇ ਨੇ ਫਿਰ ਪਰਮੇਸ਼ਰ ਤੂੰ ਬੋਲਦਾ ਏ, ਪਰਮਾਤਮਾ ਦਾ ਰੂਪ ਤੇਰਾ ਰੂਪ ਹੋ ਜਾਂਦੇ ਨੇ। ਰੱਤੇ ਇਸ਼ਕ ਖੁਦਾ ਏ, ਜਿਹੜੇ ਪਰਮੇਸ਼ਰ ਖੁਦਾ ਤੇਰੇ ਰੰਗ ਵਿੱਚ, ਤੇਰੇ ਪ੍ਰੇਮ ਵਿੱਚ, ਸਿਮਰਨ ਵਿੱਚ ਰੰਗੇ ਗਏ ਨੇ, ਮਸਤ ਹੋ ਗਏ ਨੇ। ਰੰਗ ਦੀਦਾਰ ਕੇ ਉਹ ਤੇ ਪਰਮੇਸ਼ਰ ਤੇਰਾ ਹੀ ਰੂਪ ਹੋ ਗਏ ਨੇ। ਬਿਸਰਿਆ ਜਨ ਨਾਮ ਤੇ ਭੁਏ ਪਾਰਥੀਏ। ਰਾਹੋ ਦੇ ਬਚਨ ਪਾਤਸ਼ਾਹ ਬਚਨ ਕਰਦੇ ਨੇ, ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਪਰਮੇਸ਼ਰ ਤੇਰਾ ਸਿਮਰਨ ਭੁੱਲ ਗਿਆ ਏ, ਜਿਹੜੇ ਤੈਨੂੰ ਭੁੱਲ ਗਏ ਨੇ, ਤੈਨੂੰ ਵਿਸਰ ਗਏ ਨੇ। ਤੇ ਭੁਏ ਪਾਰਥੀਏ, ਉਹ ਤੇ ਧਰਤੀ ਤੇ ਬੋਝ ਨੇ, ਉਹ ਤੇ ਧਰਤੀ ਤੇ ਭਾਰ ਨੇ। ਇਸ ਲਈ ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਜਿਨ੍ਹਾਂ ਨੂੰ ਤੂੰ ਆਪ ਮਿਹਰ ਕਰਦਾ ਏ, ਉਹਨਾਂ ਨੂੰ ਤੂੰ ਆਪਣੇ ਚਰਨਾਂ ਨਾਲ, ਆਪਣੀ ਸੰਗਤ ਵਿੱਚ ਥਾਂ ਦੇ ਦਿੰਦਾ ਏ, ਆਪਣੇ ਪੱਲੇ ਨਾਲ ਲਾ ਲੈਂਦਾ ਏ, ਚਰਨਾਂ ਨਾਲ ਜੋੜ ਲੈਂਦਾ ਏ। ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਫਿਰ ਪਰਮੇਸ਼ਰ ਜਿਨ੍ਹਾਂ ਨੂੰ ਤੂੰ ਆਪਣੇ ਸੰਗਤ ਵਿੱਚ, ਚਰਨਾਂ ਵਿੱਚ ਥਾਂ ਦਿੰਦਾ ਏ, ਲੜ ਲਾ ਲੈਂਦਾ ਏ, ਉਹ ਤੇਰੇ ਦਰਬਾਰ ਦੇ ਫਕੀਰ ਨੇ। ਜਿਸ ਨੂੰ ਧੰਨ ਗੁਰੂ ਦਾਸ ਜੀ ਬਚਨ ਕਰਦੇ ਨੇ, ਮੇਟੀ ਜਾਤ ਹੂਏ ਦਰਬਾਰ। ਪਰਮੇਸ਼ਰ ਦੁਨੀਆ ਤੇ ਜਾਤ ਪਾਤ ਕਰਕੇ ਪਰਛਾਵੇਂ ਤੋਂ ਭਿੱਟ ਮੰਨਦੀ ਏ, ਪਰ ਤੂੰ ਜਾਤ ਪਾਤ ਮਿਟਾ ਕਰਕੇ ਆਪਣੇ ਵਰਗੇ ਬਣਾ ਲਿਆ ਏ ਤੇ ਆਪਣੇ ਦਰਬਾਰ ਦੇ ਅੰਦਰ ਥਾਂ ਦੇ ਦਿੱਤੀ ਏ। ਮੇਟੀ ਜਾਤ ਹੂਏ ਦਰਬਾਰ, ਹੁਣ ਤੇ ਤੇਰੇ ਦਰਬਾਰੀ ਹੋ ਗਏ। ਗੁਰਮੁਖ ਆਏ ਡਾਏ ਨੇ ਸੰਗ, ਮੇਟੀ ਜਾਤ ਹੂਏ ਦਰਬਾਰ। ਤੂੰ ਹੀ ਮੁਕੰਦ ਜੋਗ ਜੁਗ ਤਾਰ। ਹੇ ਪਰਮੇਸ਼ਰ ਪਰਮਾਤਮਾ, ਤੂੰ ਹੀ ਜੁਗਾਂ ਜੁਗਾਂ ਤੋਂ ਮੁਕਤੀ ਦੇ ਦਾਤਾ ਪਰਮ ਪਿਤਾ ਪ੍ਰਭੂ, ਆਪਣੇ ਪਿਆਰਿਆਂ ਨੂੰ ਚਰਨਾਂ ਨਾਲ ਜੋੜ ਕੇ ਤਾਰਦਾ ਆਇਆ ਏ ਤੇ ਤਾਰਦਾ ਰਵੇਂਗਾ। ਇਸ ਲਈ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਡੇ। ਜੁਗਾਂ ਜੁਗਾਂ ਤੂੰ ਹੀ ਮੁਕੰਦ ਜੋਗ ਜੁਗ ਤਾਰ, ਜੁਗਾਂ ਜੁਗਾਂ ਤੋਂ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਆਇਆ ਏ। ਇਸ ਲਈ ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਪਰਮੇਸ਼ਰ ਜਿਹਨਾਂ ਤੂੰ ਆਪ ਮਿਹਰ ਕਰਕੇ ਆਪਣੇ ਲੜ ਲਾ ਲਿਆ ਏ, ਆਪਣੇ ਚਰਨਾਂ ਨਾਲ ਜੋੜ ਲਿਆ ਏ, ਉਹ ਤੇਰੇ ਦਰਬਾਰ ਦੀ ਦਰਵੇਸ ਨੇ, ਫਕੀਰ ਨੇ। ਦਰ ਦਰਵੇਸ ਸੇ ਤਿਨ ਧਨ ਜਣੇ ਦੀ ਮਾਂ, ਉਹਨਾਂ ਦੀ ਮਾਂ ਵੀ ਧਨਤਾ ਜੋਗ ਆ, ਜਿਨ੍ਹਾਂ ਨੂੰ ਕੁੱਖ ਨੂੰ ਪਰਮੇਸ਼ਰ ਤੂੰ ਇਹੋ ਜਿਹੇ ਰੱਬੀ ਰੂਹਾਂ ਨੂੰ ਜਨਮ ਦਿੱਤਾ ਏ। ਧੰਨ ਧੰਨ ਪਿਤਾ ਧੰਨ ਧੰਨ ਸੋ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਤੇ ਜਿਨ੍ਹਾਂ ਡਿੱਠਾ ਤਿਨਾਂ ਲਏ ਛਡਾਏ। ਇਸ ਲਈ ਆਪ ਲਈ ਲੜ ਲਾਏ ਦਰ ਦਰਵੇਸ ਸੇ, ਤਿਨ ਧੰਨ ਜਣੇ ਦੀ ਮਾਂ ਆਏ ਸਫਲ ਸੀ। ਉਹਨਾਂ ਦੀ ਮਾਤਾ ਵੀ ਧਨਤਾ ਜੋਗੇ, ਧੰਨ ਧੰਨ ਹੈ ਭਾਗਾਂ ਵਾਲੀ ਜਿਨ੍ਹਾਂ ਨੇ ਇਹੋ ਜਿਹੇ ਫਕੀਰਾਂ ਨੂੰ ਜਨਮ ਦਿੱਤਾ ਹੈ। ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਤੇ ਉਹਨਾਂ ਦਾ ਆਉਣਾ ਇਸ ਧਰਤੀ ਤੇ ਸਫਲ ਆ, ਫਲਦਾਇਕ ਆ, ਮੇਰਾ ਬਰਸਾਉਂਦਾ ਏ। ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਹੇ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਪ੍ਰਭੂ, ਤੂੰ ਸਾਰੇ ਸੰਸਾਰ ਦਾ ਪਾਲਣ ਪੋਸ਼ਣ ਕਰਦਾ ਏ। ਪਰਵਦਗਾਰ ਅਪਾਰ, ਤੇਰੀ ਮਹਿਮਾ ਕਹਿਣ ਤੋਂ ਬਾਹਰ ਹੀ, ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ, ਤੇਰੀ ਮਿੱਤ ਨਹੀਂ ਪਾਈਏ। ਸਭ ਤੇਰੇ ਖੇਲ ਦਿਖਾਓ, ਇਹ ਤੇ ਸੰਸਾਰ ਸਾਰੀ ਤੇਰੀ ਖੇਡ ਹੈ। ਦਹਿ ਦਿਸ ਜਾਉ ਤਾਂ ਤੂੰ ਸੰਗੇ, ਸਭ ਤੇਰੀ ਦਹਿ ਦਿਸ ਜਾਉ ਤਾਂ ਤੂੰ ਸੰਗੇ, ਤੇਰੀ ਕੀਰਤ ਕਰਮ ਕਮਾਓ। ਦਸਾਂ ਦਿਸ਼ਾਵਾਂ ਵਿੱਚ ਤੂੰ ਹਰ ਪ੍ਰਾਣੀ ਦੀ, ਹਰ ਕਣ ਕਣ ਵਿੱਚ ਵਿਰਾਜਮਾਨ ਹੈ, ਅੰਗ ਸੰਗ ਰਹਿ ਕੇ। ਇਹ ਤੇ ਸਾਰੀ ਤੇਰੇ ਖੇਡ ਨੇ ਪਰਮੇਸ਼ਰ। ਇਸ ਲਈ ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਪਰਵਦਗਾਰ ਅਪਾਰ। ਇਹ ਸੰਸਾਰ ਦੀ ਪਾਲਣ ਪੋਸ਼ਣ ਕਰਨ ਵਾਲੀ ਪਰਮ ਪਿਤਾ ਪਰਮੇਸ਼ਰ, ਤੂੰ ਅਗੰਮ ਹੈ, ਤੂੰ ਪਾਰਾਵਾਰ, ਤੂੰ ਰਹਿਤ ਹੈ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਬੇਅੰਤ, ਤੂੰ ਬੇਅੰਤ ਹੈ, ਤੇਰੀ ਮਹਿਮਾ ਕਹੀ ਨਹੀਂ ਜਾ ਸਕਦੀ। ਤੂੰ ਬੇਅੰਤ ਕੋ ਵਿਰਲਾ ਜਾਣੈ। ਇਸ ਲਈ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ,
ਜਿਨੀ ਪਛਾਤਾ ਸੱਚ। हे परम पिता परमेश्वर, जिन्हां ने सच्चे परमेश्वर परम पिता परमेश्वर तैनूं पछाण लिया है, प्राप्त कर लिया है, चुम्मा पैर मूंह मैं उन्हां दे चरण चुमदा हाँ। याद आ गई वो बचपन की अवस्था जदों रब्बी फकीरां ने वचन कीता सी, फकीरा फरीदा एक किणके विचों रस आया है, जे रात पई तो प्रभात भी हुंदी, समा आएगा फरीदा। अड समा आ गया, उन्हां फकीरां दी याद आ गई ते वचन कह दिता, जिनी पछाता सच। हे परम पिता परमेश्वर, जिन्हां ने सच नूं पछाण लिया, जिन्हां ने प्राप्त कर लिया, तेरा सच इस संसार ते प्रगट करदे ने। चुम्मा पैर मूंह मैं उन्हां दे चरण चुमदा, तेरी पनाह खुदा। इसलिए हे खुदा परम पिता परमेश्वर, मैं तेरी पनाह तेरी शरण ग्रहण की, तेरी शरण लई। तू बख्शंदगी, तू साडी कीती अनेकां गुनाह बख्शणहार है, दयालु है, मेहरबान है, साडे कीते हुए आगुण चतारदा नहीं, तू साडे औगुणां नूं बख्शणहार है, बख्श देंदा है। परवदगार अपार अगम बेअंत तू, जिनी पछाता सच। चुम्मा पैर मूंह तेरी पनाह खुदा है। हे परम पिता परमेश्वर खुदा, मैं तेरी पनाह तेरी शरण लई ग्रहण कीती है। तू बख्शंदगी, तू साडे औगुणां नूं बख्शणहार है। सेख फरीद खैर दीजै बंदगी। इसलिए ही परम पिता परमेश्वर परमात्मा खुदा सेख फरीद अपने सेवक नूं, अपने दास नूं बंदगी दी खैर दे दिओ, सिमरन दी दात दिओ। इसलिए साध संगत जी, सतगुरु फरीद जी वचन करते ने, पादे मालिका सानू खैर बंदगी दा। भाभी मालिका सानू खैर बंदगी दा। भाभी मालिका सानू खैर बंदगी दा। शक्कर खंड निवात गुड़, शक्कर खंड निवात गुड़। माखियों माजा दुध, सभी वस्तु मिठियां। रब ना पूजन तुद, भावे मालिका सानू खैर बंदगी दा। भादे दातिया सानू खैर बंदगी दा। इसलिए ही खुदा परम पिता परमेश्वर सेख फरीद खैर किरपा कर, मेहर कर, अपने सेवक नूं, दास नूं सिमरन दी दात बख्श कर। सेख फरीद खैर दीजै बंदगी। इसलिए साध संगत जी, कर बंदगी छाड़ मैं मेरा, हिरदै नाम संभाल सवेरा। ये मनुखा जन्म परमेश्वर के सिमरन नूं संभालण दा बेला है, बारी है। इसलिए इहो तेरी बारी है गोबिंद मिलने दी। सो साध संगत जी, किरपा होई है सतगुरां दी। सहब सतगुरु सेख फरीद जी महाराज के पावन जीवन ते कुछ तत्थ आप दे साझे कीते ने। हुईयां बेअंत भुल्लां दी खिमा कर देना साध संगत जी, क्योंकि भुल्लण अंदर सब को अभुल गुरु करतार। सो करदे हां अरदास साध संगत जी, करोना महामारी जो संसार ते फैली है, सहब करो किरपा, बिच करता पुरख खलोआ, बाल ना बिंगा हुआ। वैदां संदां संग इकट्ठा हुआ, औखद आई रास बिच आप खलोआ। हे परम पिता परमेश्वर, आप किरपा करो, संसार के दुखों नूं दूर करके सुखां दी प्रवेश करो, दुखों की निवृत्ति करो, सुखां दा प्रवेश करो। इसलिए दुखिया दर्द बंद दर आया, बहुत प्यास जवाब न पाया। कह रविदास शरण प्रभ तेरी, ज्यों जानो त्यों कर गत मेरी। सो सत्संग जी, समूह संगतां दा धन्नवाद। जय गुरुदेव, धन गुरुदेव, जय सतगुरु रविदास जी, धन सतगुरु रविदास जी। वाहिगुरू जी का खालसा, वाहिगुरू जी की फतेह।